हर नगर कौंसल करोड़ों रुपए की लुट हुई है पिछले 5 साल ते मैं दावे नाल कह सकता सारे मैंबर साहिबान दस दिन सारे दे हुई है कि नहीं हुई है। ਜਿਹੜੀ ਲੁੱਟ ਹੋਈ ਹੈ ਪਹਿਲਾਂ ਇਹ ਲੈ ਕੇ ਆਉਣ 20,000 ਕਰੋੜ ਰੁਪਇਆ। ਮੈਂ ਇਹ ਕਿਹਾ ਮੈਂ ਸਦਨ ਦੇ ਵਿੱਚ ਨਹੀਂ ਆਵਾਂਗਾ ਜੇ 20,000 ਕਰੋੜ ਰੁਪਏ ਦਾ ਇਹਨਾਂ ਨੇ ਰੈਵਨਿਊ ਆ ਗਿਆ ਤਾਂ ਨਹੀਂ ਆਵਾਂਗਾ। ਤਾਂ 40,000 ਕਰੋੜ ਦੀ ਲੁੱਟ ਹੋਈ ਹੈ ਤੇ ਪਿਛਲੇ 5 ਸਾਲਾਂ ਦੇ ਵਿੱਚ 7,000 ਕਰੋੜ ਦੀ ਲੁੱਟ ਤੁਹਾਡੀ ਸਰਕਾਰ ਨੇ ਕੀਤੀ ਹੈ। ਇਹ ਕਹਿੰਦੇ ਜੀ ਪੁਰਾਣਾ ਬਕਾਇਆ ਆ ਗਿਆ। ਪੁਰਾਣਾ ਬਕਾਇਆ ਜੀ ਅਸੀਂ ਡੰਡੇ ਨਾਲ ਲਿਆ। ਪਹਿਲੀ ਗੱਲ ਤੇ ਇਹ ਆ ਵੀ ਉਦੋਂ ਇਹਨਾਂ ਨੂੰ ਡਿਟੇਲ 'ਚ ਮੈਂ ਪੁੱਛਿਆ ਸੀ 20,000 ਦੀ ਇਨਕਮ, ਉਹ ਤੇ ਇਹਨਾਂ ਜਵਾਬ ਨਹੀਂ ਦਿੱਤਾ। ਇਹ ਪੁਰਾਣੀਆਂ ਸੁਣਾਈ ਜਾਂਦੇ ਆ। ਅਜੇ ਤੇ ਇਹਨਾਂ ਕੋਲ 30 ਕਰੋੜ ਮਹਾ ਆਇਆ 3 ਮਹੀਨਿਆਂ 'ਚ ਤੇ ਰੌਲਾ ਅੱਜ ਹੀ ਪਾਈ ਜਾਂਦੇ ਆ। ਨੂੰ ਵੀ ਪਤਾ ਸਰ, ਕੁਲਦੀਪ ਧਾਲੀਵਾਲ ਦੀ ਸਰਕਾਰ ਨਹੀਂ ਸੀ, ਕੁਲਦੀਪ ਧਾਲੀਵਾਲ ਮੰਤਰੀ ਨਹੀਂ ਸੀ, ਮੰਤਰੀ ਇਹ ਸੀ। ਇਹ ਦੱਸਣ ਵੀ ਇਹਨਾਂ ਦੇ ਗਵਾਂਢ ਤੇ 1.5 ਸਾਲ ਮਾਈਨਿੰਗ ਹੁੰਦੀ ਸੀ, ਇਹ ਕੀ ਕਰਦੇ? मैं आप सब दे जी 5-7 मिनट लेना चाहूँगा। बजट ते बोल रहा तो सब तो पहला जिहड़ा वाइट पेपर स्पीकर साहब जिहड़ा पेश किया मेरे वड्डे वीर फाइनैंस मिनिस्टर हरपाल चीमा जी ने, जदों मैं इहनूं पढ़िया तो मैनूं ऐ लग्गिया कि शायद ये पंजाब दी त्रासदी है जी। वो पंजाब जिन इन्नियां माड़ां सहीआं, पार्टीशन दी वंड सही, पर उस तो बाद भी खड़ा होया। 1980 तक साडे सिर ते सिर्फ 1,000 करोड़ करजा सी। 2011-12 ਦੇ ਵਿੱਚ 83,000 ਕਰੋੜ ਕਰਜ਼ਾ ਸੀ। ਤੇ ਸਪੀਕਰ ਸਾਹਿਬ, ਮਾਨਯੋਗ ਸਪੀਕਰ ਸਾਹਿਬ, ਜੋ ਪੰਜਾਬ ਅਸੀਂ ਭੱਜ ਨਹੀਂ ਰਹੇ ਆਪਣੀ ਜ਼ਿੰਮੇਵਾਰੀ ਤੋਂ, ਬਿਲਕੁਲ ਨਹੀਂ ਭੱਜ ਰਹੇ, ਪਰ ਦੱਸ ਰਹੇ ਹਾਂ ਇਹ ਕਿੱਦਾਂ ਦਾ ਪੰਜਾਬ ਸਾਨੂੰ ਦਿੱਤਾ ਗਿਆ। ਅੱਜ ਉਹ ਕਰਜ਼ਾ 3 ਲੱਖ ਕਰੋੜ ਤੋਂ ਪਾਰ ਹੋ ਗਿਆ। ਸਪੀਕਰ ਸਾਹਿਬ, ਕਰਜ਼ਾ ਲਿਆ ਜਾਂਦਾ ਹੈ, ਮੇਰੀ ਗੱਡੀ ਲੋਨ ਤੇ ਹੈ, ਜਿਸ ਦਿਨ ਉਹਦੀ ਕਿਸ਼ਤ ਆਉਂਦੀ ਹੈ ਮੈਨੂੰ ਬੜਾ ਦੁੱਖ ਹੁੰਦਾ, ਪਰ 29 ਦਿਨ ਮੈਂ ਉਸ ਗੱਡੀ ਦਾ ਆਨੰਦ ਮਾਣਦਾ। ਲੋਕ ਕਰਜ਼ਾ ਲੈ ਕੇ ਆਪਣੇ ਘਰ ਬਣਾਉਂਦੇ ਨੇ। ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਕਰਜ਼ਾ ਹੋ ਜਾਂਦਾ, ਕੋਈ ਤਕਲੀਫ ਨਹੀਂ ਸੀ। ਪਰ ਅੱਜ ਪੰਜਾਬ ਦੇ ਹਸਪਤਾਲਾਂ 'ਚ ਨਾ ਡਾਕਟਰ ਹੈ, ਨਾ ਇਲਾਜ ਹੈ, ਨਾ ਪਟਵਾਰੀ ਹੈ। ਕਹਿਣ ਨੂੰ ਸਕੂਲ ਨੰਬਰ 1 ਹੈ ਜੀ, ਦੱਸਣ ਕਿਹੜੇ ਸਰਕਾਰੀ ਸਕੂਲਾਂ ਦਾ ਬੱਚਾ IIT 'ਚ ਗਿਆ, ਕਿਹੜਾ ਸਰਕਾਰੀ ਸਕੂਲਾਂ ਦਾ ਬੱਚਾ IIM 'ਚ ਗਿਆ, ਕਿਹੜੇ ਸਰਕਾਰੀ ਸਕੂਲਾਂ ਦਾ, ਮੈਨੂੰ ਬੋਲ ਲੈਣ ਦਿਓ ਜੀ। 3 ਲੱਖ मेरा हल्का जी अनंदपुर साहब 100 किलोमीटर दूर, 100 किलोमीटर दूर जी सानू आना पैंदा PGI। ਉਹੀ ਗੱਲ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੇ ਕੀਤੀ। ਹਸਪਤਾਲ ਰੈਫਰੈਂਸ ਸੈਂਟਰ ਬਣੇ ਹੋਏ ਜੀ। ਇਹ 3 ਲੱਖ ਕਰੋੜ ਕਿੱਥੇ ਚਲਾ ਗਿਆ? ਮੇਰੇ ਹਲਕੇ ਦੇ ਵਿੱਚ 3 ਨਗਰ ਕੌਂਸਲਾਂ ਨੇ, ਹਰ ਨਗਰ ਕੌਂਸਲ 'ਚ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ ਪਿਛਲੇ 5 ਸਾਲਾਂ 'ਚ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਸਾਰੇ ਮੈਂਬਰ ਸਾਹਿਬਾਨ ਦੱਸ ਦੇਣ ਸਾਰਿਆਂ ਦੇ ਹੋਈ ਹੈ ਕਿ ਨਹੀਂ ਹੋਈ ਹੈ। ਸਰ ਸਾਰੇ ਜਿਹੜੇ ਪੰਚਾਇਤਾਂ ਦੇ ਫੰਡਾਂ ਦੇ ਵਿੱਚੋਂ ਉਹਦੇ 'ਚ ਲੁੱਟ ਹੋਈ ਹੈ ਕਿ ਨਹੀਂ ਹੈ ਜੀ? ਪਤਾ ਤਾਂ ਹੋਵੇ ਜੀ 3 ਲੱਖ ਕਰੋੜ ਰੁਪਇਆ ਹੋਇਆ ਕਿੱਥੋਂ। ਰਾਜਾ ਵੜਿੰਗ ਜੀ ਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ, ਮੇਰੇ ਵੱਡੇ ਭਾਈ ਆ, ਮੈਂ ਸਤਿਕਾਰ ਕਰਦਾ, ਚੰਗੇ ਰਾਜਨੇਤਾ ਨੇ। ਇਹ ਕਹਿੰਦੇ ਜੇ ਅਗਰ ਇਹ 20,000 ਕਰੋੜ ਇਕੱਠਾ ਕਰ ਦੇਣਗੇ ਤਾਂ ਮੈਂ ਕਦੀ ਸਦਨ 'ਚ ਨਹੀਂ ਵੜੂੰਗਾ। ਠੀਕ ਹੈ ਭਾਈ ਜੀ, ਪਰ ਮੇਰੀ ਤੁਹਾਨੂੰ ਬੇਨਤੀ ਹੈ ਜੀ, ਮੈਂ ਕੁਝ ਇਹ ਦੱਸਣਾ ਚਾਹੁੰਦਾ ਤੁਹਾਨੂੰ ਆંકੜੇ। ਪਿਛਲੇ 20 ਸਾਲਾਂ ਦੇ ਵਿੱਚ ਜੋ ਮਾਈਨਿੰਗ 'ਚੋਂ ਰੈਵਨਿਊ ਇਕੱਠਾ ਹੋਇਆ, 2002-03 'ਚ 7 ਕਰੋੜ, 2003-04 'ਚ 11 ਕਰੋੜ, 2004-05 'ਚ 11 ਕਰੋੜ, 6 'ਚ 11 ਕਰੋੜ, 7 ਦੇ ਵਿੱਚ 13 ਕਰੋੜ, 8 ਦੇ ਵਿੱਚ 35 ਕਰੋੜ, 9 ਦੇ ਵਿੱਚ 36 ਕਰੋੜ, 10 ਦੇ ਵਿੱਚ 61 ਕਰੋੜ, ਫਿਰ 36 ਕਰੋੜ, ਫਿਰ 13 'ਚ ਫਿਰ 19 ਕਰੋੜ, ਫਿਰ 13-14 'ਚ 43 ਕਰੋੜ, 14-15 86 ਕਰੋੜ, 15-16 'ਚ 56 ਕਰੋੜ, ਫਿਰ 42 ਕਰੋੜ, ਫਿਰ 123 ਕਰੋੜ, 17-18 'ਚ, ਫਿਰ 18-19 'ਚ 38 ਕਰੋੜ, ਫਿਰ 19 ਵਿੱਚ 110 ਕਰੋੜ, ਫਿਰ 2020-21 'ਚ 178 ਕਰੋੜ ਤੇ 2021-22 'ਚ 150 ਕਰੋੜ। ਪਿਛਲੇ 20 ਸਾਲਾਂ ਦੇ ਵਿੱਚ ਸਿਰਫ 1083 ਕਰੋੜ ਮਾਈਨਿੰਗ 'ਚੋਂ ਆਇਆ। ਪਿਛਲੇ 20 ਸਾਲਾਂ ਦੇ ਵਿੱਚ ਜੇ ਅਨੁਮਾਨ ਲਾ ਲਈਏ ਤੇ ਉੱਤੇ ਕੰਪਾਊਂਡ ਇੰਟਰਸਟ ਕਰ ਲਈਏ ਤਾਂ 40,000 ਕਰੋੜ ਦੀ ਲੁੱਟ ਹੋਈ ਹੈ ਤੇ ਪਿਛਲੇ 5 ਸਾਲਾਂ ਦੇ ਵਿੱਚ 7,000 ਕਰੋੜ ਦੀ ਲੁੱਟ ਤੁਹਾਡੀ ਸਰਕਾਰ ਨੇ ਕੀਤੀ ਹੈ। ਹਾਊਸ ਛੱਡੂਗੇ ਕਿ ਨਹੀਂ ਛੱਡੂਗੇ? 7,000 ਬਹਿ ਜਾਓ, ਹੁਣ ਮੇਰੇ ਸੁਣ ਲੈਣ ਦਿਓ ਜੀ। ਆ ਦਸਤਾਵੇਜ਼ ਲੈ ਕੇ ਆਇਆ, ਦਸਤਾਵੇਜ਼ ਲੈ ਕੇ ਆਇਆ। ਮੰਤਰੀ ਜੀ 7,000 ਕਰੋੜ ਦੀ ਲੁੱਟ ਪਿਛਲੇ 5 ਸਾਲਾਂ 'ਚ ਹੋਈ ਹੈ। ਮੰਤਰੀ ਜੀ ਇੱਕ ਮਿੰਟ, ਛੱਡੂਗੇ ਕਿ ਨਹੀਂ ਛੱਡੂਗੇ? ਆ ਮੈਨੂੰ ਬੋਲ ਲੈਣ ਦਿਓ ਜੀ, ਮੇਰੇ ਅੰਕੜੇ। ਮੰਤਰੀ ਜੀ ਇੱਕ ਮਿੰਟ, ਇੱਕ ਮਿੰਟ ਮੰਤਰੀ ਜੀ। ਰਾਜਾ ਜੀ, ਰਾਜਾ ਜੀ। ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ, ਕਿਸ ਸਾਲ ਕਿੰਨੀ ਆਮਦਨ ਹੋਈ ਔਰ 20 ਸਾਲਾਂ ਦੀ ਗੱਲ ਉਦੋਂ ਅਸੀਂ ਸਦਨ 'ਚ ਨਹੀਂ ਸੀ ਜਾਂ ਕੋਈ ਗੱਲ ਨਹੀਂ, ਕਿੰਨੇ 1000 ਕਰੋੜ ਹੋਇਆ, 2 ਹੋਇਆ, 1 ਹੋਇਆ, 50 ਲੱਖ ਰੁਪਇਆ ਹੋਇਆ, ਹੋਈ ਹੋਣੀ ਹੈ ਲੁੱਟ, ਹੋਈ ਹੋਣੀ ਹੈ। ਮੈਂ ਇਸ ਗੱਲ ਨੂੰ ਇਨਕਾਰ ਨਹੀਂ ਕਰਦਾ, ਹੋਈ ਹੋਣੀ ਹੈ। ਲੇਕਿਨ ਮੈਂ ਜੋ ਗੱਲ ਕਹੀ ਸੀ, ਇਹਨਾਂ ਨੇ ਕਿਹਾ ਸੀ ਕਿ ਅਗਲੀ ਜਦੋਂ ਸਰਕਾਰ ਆਏਗੀ, ਅਸੀਂ ਲੋਕਾਂ ਨੇ ਪੁੱਛਿਆ ਸੀ ਗਰੰਟੀਆਂ ਕਿੱਥੋਂ ਪੂਰੇ ਕਰਾਂਗੇ। ਉਹਨਾਂ ਨੇ ਕਿਹਾ ਸੀ 20,000 ਕਰੋੜ ਰੁਪਇਆ ਰੇਤੇ ਚੋਂ ਆਮਦਨ ਲੈ ਕੇ ਆਵਾਂਗੇ। ਜਿਹੜੀ ਲੁੱਟ ਹੋਈ ਹੈ ਪਹਿਲਾਂ ਇਹ ਲੈ ਕੇ ਆਉਣ 20,000 ਕਰੋੜ ਰੁਪਇਆ। ਮੈਂ ਇਹ ਕਿਹਾ ਮੈਂ ਸਦਨ ਦੇ ਵਿੱਚ ਨਹੀਂ ਆਵਾਂਗਾ ਜੇ 20,000 ਕਰੋੜ ਰੁਪਏ ਦਾ ਇਹਨਾਂ ਨੇ ਰੈਵਨਿਊ ਆ ਗਿਆ ਤਾਂ ਨਹੀਂ ਆਵਾਂਗਾ। ਉਹ ਗੱਲ ਨੂੰ ਕਿਧਰੇ ਪਾਸੇ ਲੈ ਗਏ। ਠੀਕ
ਉਹ ਜਵਾਬ ਆ ਗਈ ਤੁਹਾਡੀ ਗੱਲ। ਬੈਂਸ ਸਾਹਿਬ, ਮੈਂ ਜੀ ਤੁਹਾਨੂੰ ਇਹ ਦੱਸ ਦੇਵਾਂ ਜੀ ਤੇ ਕੁਝ ਮਾਈਨਿੰਗ ਪਾਲਿਸੀ ਤੇ ਕਿਉਂਕਿ ਮੰਤਰੀ ਸਾਹਿਬ ਪੁਰਾਣੇ ਸਾਬਕਾ ਮੰਤਰੀ ਸਾਹਿਬ ਬੈਠੇ ਆ ਤੇ ਜਦੋਂ ਹੀ ਨਹੀਂ ਸਵਾਲ ਆਇਆ ਸੀ ਮੈਂ ਆਪ ਕਿਹਾ ਸੀ ਤੇ ਮੈਂ ਮੀਡੀਆ ਦੇ ਸਾਥੀਆਂ ਨੂੰ ਵੀ ਕਿਹਾ ਸੀ ਕਿ ਮੈਂ ਮਾਈਨਿੰਗ ਦੇ ਸਾਰੇ ਅੰਕੜੇ ਪੇਸ਼ ਕਰੂੰਗਾ ਪਿਛਲੇ 5 ਸਾਲਾਂ ਦੇ ਵਿੱਚ। ਸਪੀਕਰ ਸਾਹਿਬ, ਆਨਰੇਬਲ ਸਪੀਕਰ ਸਾਹਿਬ, 5 ਸਾਲ ਪਹਿਲਾਂ ਮਈ 2017 ਦੇ ਵਿੱਚ 102 ਖਾਡਾਂ ਦੀ ਅਲਾਟਮੈਂਟ ਕਰ ਦਿੱਤੀ। ਮੀਡੀਆ ਦੇ ਵਿੱਚ ਖਬਰਾਂ ਚੱਲੀਆਂ, ਸਾਰਾ ਕੁਝ ਹੀ ਸਭ ਨੂੰ ਪਤਾ ਕੀ ਹੋਇਆ ਸੀ। ਉੱਤੇ ਨਾਰੰਗ ਕਮਿਸ਼ਨ ਦੀ ਰਿਪੋਰਟ ਬਣੀ, ਉਹ ਮੈਟਰ ਅੱਜ ਸਬਜੈਕਟਿਸ ਹੈ, ਖੈਰ ਉਹਦੇ ਵਿੱਚ ਕਲੀਨ ਚਿੱਟ ਦੇ ਦਿੱਤੀ। ਦੈਨ ਇਨ 2018 ਇੱਕ ਮਾਈਨਿੰਗ ਪਾਲਿਸੀ ਲੈ ਕੇ ਆਏ ਜਿਸ ਦੇ ਵਿੱਚ ਪੰਜਾਬ ਨੂੰ 7 ਬਲਾਕਾਂ ਦੇ ਵਿੱਚ ਵੰਡ ਦਿੱਤਾ ਗਿਆ ਜੀ। ਉਸ ਮਾਈਨਿੰਗ ਪਾਲਿਸੀ ਦੀਆਂ 3 ਪ੍ਰਮੁੱਖ ਸ਼ਰਤਾਂ ਨੇ ਜੀ ਕਿ ਜਿਹੜਾ ਠੇਕੇਦਾਰ ਹੋਊਗਾ, ਜਿਹੜਾ ਕੰਸੈਸ਼ਨਰ ਹੋਊਗਾ, ਉਹ 25% 1 ਸਾਲ ਦਾ ਪੈਸਾ ਪਹਿਲਾਂ ਜਮ੍ਹਾਂ ਕਰਾਊਗਾ, 25% ਜਿਹੜਾ ਹੈ ਬਤੌਰ ਬੈਂਕ ਗਰੰਟੀ ਰੱਖੂਗਾ ਤੇ ਜਿਹੜਾ ਅਗਲਾ ਕੁਆਟਰ ਹੈ ਉਹਦਾ ਜਦੋਂ ਕੁਆਟਰ ਸ਼ੁਰੂ ਹੋਣ ਤੋਂ ਪਹਿਲਾਂ 15 ਦਿਨ ਪਹਿਲਾਂ ਉਹਦੀ ਪੇਮੈਂਟ ਦਊਗਾ ਜੀ। ਇਹ ਮੈਨੂੰ ਦੱਸ ਦੇਣ ਕਿ ਫਿਰ ਏਰੀਅਰਸ ਕਿੱਦਾਂ ਆ ਗਏ ਪੰਜਾਬ ਦੇ ਉੱਤੇ। 625 ਕਰੋੜ ਰੁਪਏ ਆਣਾ ਸੀਗਾ 3 ਸਾਲਾਂ ਦੇ ਵਿੱਚ, 425 ਕਰੋੜ ਕਿਉਂ ਆਇਆ? ਸਪੀਕਰ ਸਾਹਿਬ, ਬੈਂਕ ਗਰੰਟੀਆਂ ਜਦੋਂ ਉਹਨਾਂ ਦਾ ਬਕਾਇਆ ਖੜਾ ਹੋ ਗਿਆ, ਬੈਂਕ ਗਰੰਟੀਆਂ ਕਿਉਂ ਨਹੀਂ ਸੀਜ਼ ਕੀਤੀਆਂ ਗਈਆਂ? ਸਾਡੀ ਸਰਕਾਰ ਹੈ। 25 ਕਰੋੜ ਰੁਪਏ ਦੀਆਂ ਆਂਦੇ ਸਰ ਬੈਂਕ ਗਰੰਟੀਆਂ ਸੀਜ਼ ਕੀਤੀਆਂ ਗਈਆਂ, ਬੈਂਕ ਗਰੰਟੀਆਂ ਸੀਜ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਇਹ ਕਹਿੰਦੇ ਜੀ ਪੁਰਾਣਾ ਬਕਾਇਆ ਆ ਗਿਆ। ਪੁਰਾਣਾ ਬਕਾਇਆ ਜੀ ਅਸੀਂ ਡੰਡੇ ਨਾਲ ਲਿਆ, ਅਸੀਂ ਉਹਨਾਂ ਦੇ ਕੰਟਰੈਕਟਸ ਟਰਮੀਨੇਟ ਕਰ ਦਿੱਤੇ। ਜਦੋਂ ਕੰਟਰੈਕਟ ਟਰਮੀਨੇਟ ਕਰਕੇ ਉਹਨਾਂ ਤੋਂ ਪੈਸਾ ਲਿਆ, ਇਹਨਾਂ ਦੀ ਬਣਾਈ ਮਾਈਨਿੰਗ ਪਾਲਿਸੀ ਹੈ ਬਿਨਾਂ ਡੀਐਸਆਰ ਤੋਂ, ਜਿਹੜੀ ਇਸ ਪਾਲਿਸੀ ਦੇ ਵਿੱਚ 202 ਖੱਡਾਂ ਦੀ ਨਿਲਾਮੀ ਕੀਤੀ ਗਈ ਪਰ ਅੱਜ ਸਿਰਫ 43 ਚੱਲਦੀਆਂ ਪਈਆਂ ਕਿਉਂਕਿ ਜਦੋਂ ਪਾਲਿਸੀ ਬਣਾਈ ਗਈ ਕੋਈ ਡੀਐਸਆਰ ਹੀ ਨਹੀਂ ਕੀਤਾ ਗਿਆ, ਸਿਰਫ ਪੰਜਾਬ ਨੂੰ ਲੁੱਟਣ ਦੇ ਲਈ। ਪਹਿਲਾਂ ਹੀ ਸੌਦਾ ਹੋ ਚੁੱਕਿਆ ਸੀਗਾ, ਪੰਜਾਬ ਨੂੰ ਲੁੱਟਣ ਦੇ ਲਈ ਛੱਡ ਦਿੱਤਾ। ਉਸ ਤੋਂ ਬਾਅਦ ਜੀ ਉਹ 43 ਚੱਲਦੇ ਪਏ ਨੇ। ਮੈਂ ਬੋਲ ਸਕਦਾ ਸਪੀਕਰ ਸਾਹਿਬ? ਯੈਸ ਸਰ, ਯੈਸ। ਤੁਹਾਡਾ ਹਾਂ ਮੰਤਰੀ ਜੀ, ਸਪੀਕਰ ਸਾਹਿਬ, ਸਾਬਕਾ ਮੰਤਰੀ ਜੀ। ਪਹਿਲੀ ਗੱਲ ਤੇ ਇਹ ਆ ਵੀ ਉਦੋਂ ਇਹਨਾਂ ਨੂੰ ਡਿਟੇਲ 'ਚ ਮੈਂ ਪੁੱਛਿਆ ਸੀ 20,000 ਦੀ ਇਨਕਮ, ਉਹ ਤੇ ਇਹਨਾਂ ਜਵਾਬ ਨਹੀਂ ਦਿੱਤਾ। ਇਹ ਪੁਰਾਣੀਆਂ ਸੁਣਾਈ ਜਾਂਦੇ ਆ। ਇਹ ਪਹਿਲੋਂ ਇਨਕਮ ਤੇ ਵਧਾਉਣ ਫਿਰ ਕਿਸੇ ਨੂੰ ਗਲਤ ਕਹਿਣ। ਅਜੇ ਤੇ ਇਹਨਾਂ ਕੋਲ 30 ਕਰੋੜ ਮਹਾ ਆਇਆ 3 ਮਹੀਨਿਆਂ 'ਚ ਤੇ ਰੌਲਾ ਅੱਜ ਹੀ ਪਾਈ ਜਾਂਦੇ ਆ। ਸਰਕਾਰੀਆ ਸਾਹਿਬ, ਧਾਰੀਵਾਲ ਸਾਹਿਬ ਨੇ ਕਿਹਾ ਬੈਠੋ। ਰਾਜਾ ਸਾਂਸੀ ਦੇ ਵਿੱਚ ਖੀਰ ਤੇ ਜਾ ਕੇ ਸਿਰਫ ਇੱਕ ਖੱਡ ਮਨਜ਼ੂਰ ਹੋਈ ਸੀ, ਉਹ ਵੀ ਛੋਟੀ ਖੱਡ ਸੀ, ਬਾਕੀ ਰਹਿ ਗਈ ਜਨਾਲੇ ਦੀ। ਇਹਨਾਂ ਦੀ ਵੀ ਦੱਸ ਦਿੰਦਾ, ਇਹ ਜਨਾਲੇ ਨੂੰ ਬਿਲੋਂਗ ਕਰਦੇ ਆ। ਇਹਨਾਂ ਨੇ ਇੱਕ ਵਾਰੀ ਉੱਥੇ ਬੜਾ ਵੱਡਾ ਮੁੱਦਾ ਚੁੱਕਿਆ, ਪੀਲੀਗਨ ਮਾਈਨਿੰਗ ਹੁੰਦੀ ਆ, ਦਰਿਆ ਤੇ ਵੀ ਪਹੁੰਚ ਗਏ ਤੇ 1.5 ਸਾਲ ਉਹ ਜੋ ਅਜੇ ਰਹਿੰਦਾ ਸੀ ਤੇ ਬਾਅਦ ਚ 1.5 ਸਾਲ ਚ ਬੋਲੇ ਹੀ ਨਹੀਂ। ਪਤਾ ਨਹੀਂ ਇਹਨਾਂ ਨੂੰ ਵਧੀਆ ਲੱਗ ਗਿਆ ਵੀ ਹੁਣ ਮਾਈਨਿੰਗ ਠੀਕ ਹੋ ਰਹੀ ਆ, ਇਹ ਤੇ ਇਹੋ ਜਾਣ ਰਹੇ। ਬੈਠੋ। ਸਰ, ਸਾਡੇ ਮਾਨਯੋਗ ਸਾਬਕਾ ਮੰਤਰੀ ਜੀ ਆਪ ਹੀ ਇਹਨਾਂ ਨੇ ਹੁਣ ਕਿਹਾ, ਕਿਉਂਕਿ ਡਿਪਾਰਟਮੈਂਟ ਇਹਨਾਂ ਕੋਲੇ ਸੀ, ਗਵਾਂਢੀ ਹਲਕਾ ਜਨਾਲਾ ਸੀ। ਇਹ ਕਹਿੰਦੇ ਵੀ ਉੱਥੇ ਧਾਰੀਵਾਲ ਸਾਹਿਬ ਨੇ ਜਾ ਕੇ ਰੌਲਾ ਪਾਇਆ ਤੇ ਉਸ ਤੋਂ ਬਾਅਦ 1.5 ਸਾਲ ਵੀ ਮਾਈਨਿੰਗ ਚੱਲਦੀ ਰਹੀ, ਬੋਲੇ ਨਹੀਂ। ਸਰ, ਮੰਤਰੀ ਤੁਸੀਂ ਗਵਾਂਢ 'ਚ ਕੀ ਬੈਠੇ ਕਰਦੇ ਸੀ? ਮੰਤਰੀ ਤੁਸੀਂ ਸੀ, ਤੁਹਾਡੇ ਗਵਾਂਢ ਦੇ ਹਲਕੇ 'ਚ ਮਾਈਨਿੰਗ ਹੁੰਦੀ, ਤੁਸੀਂ ਕਰਦੇ ਸੀ। ਬੈਠੋ ਧਾਲੀਵਾਲ ਸਾਹਿਬ, ਆਪਾਂ ਬਹਿਸ ਨੂੰ ਅੱਗੇ ਚੱਲਣ ਦੀਏ। ਮੀਰ ਜੀ, ਸਰ, ਕੁਲਦੀਪ ਧਾਲੀਵਾਲ ਦੀ ਸਰਕਾਰ ਨਹੀਂ ਸੀ, ਕੁਲਦੀਪ ਧਾਲੀਵਾਲ ਮੰਤਰੀ ਨਹੀਂ ਸੀ, ਮੰਤਰੀ ਇਹ ਸੀ। ਇਹ ਦੱਸਣ ਵੀ ਇਹਨਾਂ ਦੇ ਗਵਾਂਢ 'ਚ 1.5 ਸਾਲ ਮਾਈਨਿੰਗ ਹੁੰਦੀ ਸੀ, ਇਹ ਕੀ ਕਰਦੇ? ਆਨਰੇਬਲ ਸਪੀਕਰ ਸਾਹਿਬ, ਮੈਂ ਆਪ ਜੀ ਦੇ ਜ਼ਰੀਏ ਪੂਰੇ ਸਦਨ ਨੂੰ ਤੇ ਤੁਸੀਂ ਇੱਕ ਬਹੁਤ ਹੀ ਇਤਿਹਾਸਿਕ ਕੰਮ ਕਰਤਾ ਇਸ ਸਦਨ ਨੂੰ ਲਾਈਵ ਕਰਕੇ ਪੂਰਾ ਪੰਜਾਬ ਸੁਣ ਰਿਹਾ। ਮੈਂ ਕੁਝ ਗੱਲਾਂ ਦੱਸਣੀਆਂ ਚਾਹੁੰਦਾ ਜੀ। ਇੰਨੀ ਗ੍ਰੋਸ, ਇਹ ਤਾਂ ਛੋਟੀ-ਮੋਟੀ ਖੱਡਾਂ ਦੀ ਗੱਲ ਕਰਦੇ ਆ, ਗ੍ਰੋਸ ਇਰੈਗੂਲਰਿਟੀਜ਼ ਤੇ ਡਾਕੂਮੈਂਟ ਸਮੇਤ ਹੈ। ਹਰਜੋਤ ਬੈਂਸ ਕਹਿ ਰਿਹਾ ਕੋਈ ਐਵੇਂ ਨਹੀਂ, ਕੋਈ ਕੁਛ ਨਹੀਂ, ਕੋਈ ਕੰਪਨੀ ਜਿਹੜਾ ਮਰਜ਼ੀ ਪੱਤਰਕਾਰ ਲੈ ਲਵੇ, ਜਿਹੜਾ ਮਰਜ਼ੀ ਆਪੋਜੀਸ਼ਨ ਦਾ ਸਾਥੀ ਆ ਕੇ ਮੇਰੇ ਦਫ਼ਤਰ 'ਚ ਆ ਜਾਵੇ, ਸਵਾਗਤ ਕਰਦਾ, ਜਦੋਂ ਮਰਜ਼ੀ ਆ ਜਾਣ, ਮੋਸਟ ਵੈਲਕਮ। ਸਰ, 16/12/2020 ਨੂੰ ਜਿਹੜੇ ਪਹਿਲਾਂ ਐਗਰੀਮੈਂਟ ਹੋ ਗਏ ਉਹਨਾਂ ਦੇ ਵਿੱਚ ਸਰ ਬਾਰ-ਬਾਰ ਅਮੈਂਡਮੈਂਟ ਕਰਕੇ ਸਰ ਪੰਜਾਬ ਲੈਂਡ ਪ੍ਰਜ਼ਰਵੇਸ਼ਨ ਐਕਟ ਤੇ ਫੋਰੈਸਟ ਕੰਜ਼ਰਵੇਸ਼ਨ ਐਕਟ ਦੀ ਪ੍ਰੋਟੈਕਟਡ ਲੈਂਡਸ, ਜਿਨ੍ਹਾਂ ਨੂੰ ਆਪਾਂ ਆਮ ਭਾਸ਼ਾ 'ਚ ਕਹਿੰਦੇ ਦਫਾ ਵਾਲੀ ਜ਼ਮੀਨਾਂ, ਸਰ ਉਹ ਪਾ ਕੇ ਮਾਈਨਿੰਗ ਨੂੰ ਦੇ ਦਿੱਤੀ ਗਈ ਤੇ ਫੋਰੈਸਟ ਡਿਪਾਰਟਮੈਂਟ ਦੇ ਨਾਲ ਕੋਈ ਸਲਾਹ, ਕੋਈ ਅਪਰੂਵਲ ਵੀ ਨਹੀਂ ਕੀਤੀ ਗਈ। ਇਹ ਬਹੁਤੀਆਂ ਖੱਡਾਂ ਮੇਰੇ ਹਲਕੇ 'ਚ ਹੈ, ਚੰਦਪੁਰ ਬੇਲਾ, 10 ਗਰਾਈ, ਸੂਰੇਵਾਲ, ਜਿੰਦਾਪੁਰ, ਮਾਲੇਵਾਲ। ਸਰ, ਇਹ ਕਿਵੇਂ ਹੋ ਸਕਦਾ? ਯਾਨੀ ਅੱਜ ਤੱਕ ਕਦੀ ਸਾਰਾ ਕੁਝ, these irregularities, this all corruption is on paper, on document। ਉਸ ਤੋਂ ਇਲਾਵਾ ਸਰ ਇਹਦੇ ਤੇ ਹੁਣ ਪੁੱਛਣਗੇ ਅਸੀਂ ਕੀ ਕੀਤਾ? ਸਰ, 18 ਆਫੀਸਰਸ I have suspended and I have written to the Vigilance Bureau ਕਿ time bound inquiry
ਟਾਈਮ ਬਾਉਂਡ ਇਨਕੁਆਇਰੀ ਸਰ, ਟਾਈਮ ਬਾਉਂਡ ਇਨਕੁਆਇਰੀ ਸਰ। ਨਾਟ ਓਨਲੀ ਦਿਸ, ਇੱਕ ਹੋਰ ਸਰ ਬਹੁਤ ਵੱਡਾ ਇੱਕ ਬਲਾਕ ਹੈ ਜੀ, ਬਲਾਕ ਨੰਬਰ ਮੋਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ। ਸਰ ਇਹਨਾਂ ਨੇ ਜਿਹੜੀ ਸਕੀਮ ਜਿਹੜੀ ਪਾਲਿਸੀ ਬਣਾਈ ਸੀ ਉਹਦੇ ਵਿੱਚ ਕਿਹਾ ਸੀ ਕਿ ਇਹ ਸਾਡੀਆਂ ਸਾਈਟਾਂ ਨੇ ਤੇ ਜਿਹੜਾ ਵੀ ਬੰਦਾ ਇਹ ਖੱਡਾਂ ਲੈਣਾ ਚਾਹੁੰਦਾ ਉਹ ਜਾ ਕੇ ਪਹਿਲਾਂ ਦੇਖ ਲਵੇ, ਉਹਦੀ ਜ਼ਿੰਮੇਵਾਰੀ ਹੋਊਗੀ। ਕੱਲ ਨੂੰ ਉੱਥੋਂ ਮਟੀਰੀਅਲ ਨਿਕਲਦਾ ਨਹੀਂ ਨਿਕਲਦਾ ਪੰਜਾਬ ਸਰਕਾਰ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ। ਬਟ ਸਰ ਵੈਰੀ ਸੈਡਲੀ ਮੋਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਬਲਾਕ ਦੇ ਵਿੱਚ ਆਫਟਰ ਗਿਵਿੰਗ ਠੇਕੇਦਾਰ ਉਹ ਇਲੀਗਲ ਮਾਈਨਿੰਗ ਕਰਦਾ ਰਿਹਾ, ਪਰ ਜਦੋਂ ਉਹਦੇ ਏਰੀਅਰਸ ਡਿਊ ਆਏ ਤਾਂ ਉਹ ਕਹਿ ਦਿੱਤਾ ਗਿਆ। ਆਨਰੇਬਲ ਸਪੀਕਰ ਸਾਹਿਬ ਇਹ ਬੜੀ ਗੰਭੀਰ ਗੱਲ ਹੈ ਜੀ। ਆਨਰੇਬਲ ਸਪੀਕਰ ਸਾਹਿਬ ਤੁਸੀਂ ਖਹਿਰਾ ਸਾਹਿਬ ਤੁਹਾਨੂੰ ਬਹੁਤ ਸੁਣਿਆ ਸੀ, ਮੈਨੂੰ ਵੀ ਸੁਣ ਲਓ। ਤੁਸੀਂ ਪੁੱਛਿਆ ਸੀ, ਬੇਨਤੀ ਹੈ ਤੁਸੀਂ ਪੁੱਛਿਆ ਸੀ। ਨਹੀਂ ਮੈਂ ਤੁਹਾਨੂੰ ਵੀ ਸੁਣਾਉਣਾ ਚਾਹੁੰਦਾ ਜੀ। ਸਰ ਇਸ ਬਲਾਕ ਦੇ ਵਿੱਚੋਂ ਜਦੋਂ ਉਹਦੇ ਏਰੀਅਰਸ ਡਿਊ ਹੋਏ, ਇੱਕ 4 ਮੈਂਬਰੀ ਕਮੇਟੀ ਬਣਾ ਕੇ ਡਿਪਾਰਟਮੈਂਟ ਦੇ ਹੱਥ ਵੜ ਦਿੱਤੇ, ਪੰਜਾਬ ਸਰਕਾਰ ਦੇ ਹੱਥ ਵੜ ਦਿੱਤੇ। ਉਹਨੇ ਕਹਿ ਦਿੱਤਾ ਹਾਂ ਜੀ ਜਿਹੜੀਆਂ ਅਸੀਂ ਖੱਡਾਂ ਦਿੱਤੀਆਂ ਸੀ ਇੱਥੇ ਵਾਕਈ ਉਹ ਨਹੀਂ ਸੀਗਾ, ਇੱਥੇ ਮਟੀਰੀਅਲ ਨਹੀਂ ਸੀਗਾ। ਔਨ ਦਾ ਪੈਰਲਲ ਉੱਥੇ ਇਲੀਗਲ ਮਾਈਨਿੰਗ ਦੇ ਪਰਚੇ ਹੋਏ ਆ। ਸਰ ਇਹ ਜਦੋਂ ਪਾਲਿਸੀ ਪਹਿਲਾਂ ਆ ਗਈ ਸੀ, ਇਟ ਵਾਸ ਦਾ ਰਿਸਪੌਂਸਿਬਿਲਿਟੀ ਆਫ ਦਾ ਠੇਕੇਦਾਰ। ਅਸੀਂ ਉਹਦਾ ਮਾਲ ਨਹੀਂ ਪੂਰਾ ਕਰਕੇ ਦੇਣਾ ਸੀ, ਫਿਰ ਉਹਦਾ ਮਾਲ ਪੂਰਾ ਕਰਨ ਦੇ ਲਈ ਪੁਆਇੰਟ ਆਫ ਆਰਡਰ।